ਪਟਿਆਲਾ ਹਿੰਸਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਉੱਚ ਪੱਧਰੀ ਬੈਠਕ। ਡੀਜੀਪੀ ਸਮੇਤ ਉੱਚ ਅਧਿਕਾਰੀ ਬੁਲਾਏ। ਸ਼ਾਮ 5:30 ਵਜੇ ਹੋਏਗੀ ਬੈਠਕ। ਪਟਿਆਲਾ 'ਚ ਦੋ ਗੁੱਟਾਂ 'ਚ ਹੋਈ ਹਿੰਸਕ ਝੜਪ। ਇੱਕ ਦੂਜੇ ਤੇ ਕੀਤੀ ਪੱਥਰਬਾਜ਼ੀ। ਪੁਲਿਸ ਨੇ ਹਵਾਈ ਫਾਇਰਿੰਗ ਕਰਕੇ ਸਥਿਤੀ ਕੀਤੀ ਕੰਟਰੋਲ। ਹੁਣ ਹਾਲਾਤ ਕਾਬੂ 'ਚ। ਪਟਿਆਲਾ ਹਿੰਸਾ ਨੂੰ ਲੈ ਕੇ ਰਾਘਵ ਚੱਡਾ ਦਾ ਵੱਡਾ ਦਾਅਵਾ। ਦੋ ਗੁੱਟਾਂ 'ਚ ਨਹੀਂ, ਅਕਾਲੀ ਦਲ ਤੇ ਸ਼ਿਵ ਸੈਨਾ ਦੇ ਵਰਕਰਾਂ 'ਚ ਹੋਈ ਝੜਪ। ਬੀਜੇਪੀ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ। ਕਾਂਗਰਸ ਤੇ ਅਕਾਲੀ ਦਲ ਨੇ ਵੀ ਘੇਰੀ ਸਰਕਾਰ। ਥੋੜੀ ਦੇਰ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ ਪੰਜਾਬੀਆਂ ਦਾ ਵਫਦ। 25 ਤੋਂ ਬਾਅਦ ਐਨਆਰਆਈਜ਼ ਵੀ ਕਰਨਗੇ ਮੁਲਾਕਾਤ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਕਰਨਗੇ ਵਫਦ ਦੀ ਅਗਵਾਈ। ਅੰਮ੍ਰਿਤਸਰ 'ਚ ਭਾਰਤੀ ਸਰਹੱਦ ਅੰਦਰ ਵੜਿਆ ਪਾਕਿਸਤਾਨੀ ਡਰੋਨ। ਬੀਐਸਐਫ ਨੇ ਗੋਲੀਆਂ ਨਾਲ ਮਾਰ ਗਿਰਾਇਆ। ਸਰਚ ਆਪਰੇਸ਼ਨ ਦੌਰਾਨ ਕੀਤਾ ਬਰਾਮਦ। ਅੰਮ੍ਰਿਤਸਰ 'ਚ ਵਕੀਲ ਸੰਦੀਪ ਗੋਰਸੀ ਦੇ ਦਫ਼ਤਰ 'ਚ ਵੜ ਕੇ ਹਮਲਾ। ਵਕੀਲ ਦੀ ਪਤਨੀ ਨਾਲ ਵੀ ਕੀਤੀ ਕੁੱਟਮਾਰ। 3 ਤੋਂ 4 ਲੋਕ ਪਿਸਤੌਲ ਲੈ ਕੇ ਦਫ਼ਤਰ 'ਚ ਵੜੇ। ਮੋਗਾ 'ਚ ਮੋਬਾਈਲ ਟਾਵਰ ਤੇ ਚੜਿਆ ਹੋਇਆ ਸ਼ਖਸ। ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ। ਬੇਅਦਬੀ ਮਾਮਲੇ 'ਚ ਇਨਸਾਫ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਕਰ ਰਿਹਾ ਮੰਗ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਪਟਿਆਲਾ ਘਟਨਾ ਤੇ ਲਗਾਤਾਰ ਅਪਡੇਟਸ ਅਸੀਂ ਪਲ ਪਲ ਦੀ ਅਪਡੇਟ ਨਿਊਜ਼ 18 ਪੰਜਾਬ ਤੇ ਦਰਸ਼ਕਾਂ ਦੇ ਸਾਹਮਣੇ ਲਿਆ ਰਹੇ ਹਾਂ। ਇੱਕ ਐਮਰਜੈਂਸੀ ਮੀਟਿੰਗ ਸਰਕਾਰ ਨੇ ਬੁਲਾ ਰਹੀ ਹੈ। ਪਟਿਆਲਾ ਹਿੰਸਾ ਮਾਮਲੇ ਤੇ ਸਰਕਾਰ ਐਕਸ਼ਨ ਚਾਹੀ ਹੈ। ਸੀਐਮ ਨੇ ਡੀਜੀਪੀ ਸਮੇਤ ਸਾਰੇ ਵੱਡੇ ਅਫਸਰਾਂ ਨੂੰ ਤਲਬ ਕੀਤਾ ਹੈ। ਇੱਕ ਹਾਈ ਲੈਵਲ ਮੀਟਿੰਗ ਬੁਲਾਈ ਗਈ ਹੈ। ਥੋੜੀ ਦੇਰ ਬਾਅਦ ਜਿਹੜੀ ਮੀਟਿੰਗ ਸ਼ੁਰੂ ਹੋਏਗੀ। ਸੀਐਮ ਮਾਨ ਵੱਲੋਂ ਮੀਟਿੰਗ ਕਾਲ ਕੀਤੀ ਗਈ ਹੈ। ਸਾਰੇ ਜਿਹੜੇ ਅਫਸਰ ਨੇ ਉਹਨਾਂ ਨੂੰ ਬੁਲਾਇਆ ਗਿਆ। ਉੱਚ ਅਧਿਕਾਰੀ ਜਿਹੜੇ ਨੇ ਪੁਲਿਸ ਦੇ, ਪੰਜਾਬ ਦੇ ਡੀਜੀਪੀ ਸਮੇਤ ਹੋਰ ਵੀ ਜਿਹੜੇ ਸਿਵਲ ਦੇ ਉੱਚ ਅਧਿਕਾਰੀ ਵੀ ਇਸ ਬੈਠਕ ਦੇ ਵਿੱਚ ਸ਼ਾਮਿਲ ਰਹਿਣਗੇ। ਇੱਕ ਹਾਈ ਲੈਵਲ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਹੈ ਪਟਿਆਲਾ ਹਿੰਸਾ ਨੂੰ ਲੈ ਕੇ। ਪੰਕਜ ਕਬਾਈ ਮੇਰੇ ਸਹਿਯੋਗੀ ਜੁੜੇ ਨੇ। ਪੰਕਜ, ਕੀ ਕੁਝ ਡਿਸਕਸ ਕੀਤਾ ਜਾ ਸਕਦਾ ਹੈ? ਕਿਸ ਤਰੀਕੇ ਨਾਲ ਹੁਣ ਇਸ ਪੂਰੇ ਘਟਨਾਕ੍ਰਮ ਨੂੰ ਸਰਕਾਰ ਲੈ ਰਹੀ ਹੈ ਔਰ ਕੀ ਕੁਝ ਮੀਟਿੰਗ ਦੇ ਵਿੱਚ ਕਿਹੜੇ ਅਧਿਕਾਰੀਆਂ ਨੂੰ ਸੱਦਿਆ ਗਿਆ? देखो विजय, क्योंकि जिस तरीके ना अज सवेरे हालात बने तो मुख्यमंत्री खुद उससे मॉनिटरिंग कर रहे हैं लगातार। डीजीपी और ਜਿਹੜੇ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਤੋਂ ਰਿਪੋਰਟ ਜਿਹੜੀ ਹੈ ਮੁੱਖ ਮੰਤਰੀ ਖੁਦ ਲੈਂਦੇ ਹੋਏ ਨਜ਼ਰ ਆਏ ਨੇ। ਔਰ ਇਸ ਦੇ ਪਿੱਛੇ ਦੋਸ਼ੀ ਕੌਣ ਸੀਗਾ, ਕਿਸ ਤਰੀਕੇ ਨਾਲ ਇਹ ਘਟਨਾ ਵਾਪਰੀ, ਇਸ ਦੀ ਸਾਰੀ ਰਿਪੋਰਟ ਲੈਣ ਦੇ ਲਈ ਔਰ ਕਿਵੇਂ ਅੱਗੇ ਐਕਸ਼ਨ ਲਿੱਤਾ ਜਾਣਾ ਵਾ, ਇਸ ਮੁਤਲਕ ਮੀਟਿੰਗ ਜਿਹੜੀ ਹੈ ਉਹ ਥੋੜੀ ਦੇਰ ਬਾਅਦ 5:30 ਵਜੇ ਸ਼ੁਰੂ ਹੋਏਗੀ। ਔਰ ਨਾਲ ਦੀ ਨਾਲ ਮੁੱਖ ਮੰਤਰੀ ਸਾਰੀਆਂ ਧਿਰਾਂ ਨੂੰ ਅਪੀਲ ਬਣਾਏ ਰੱਖਣ ਦੀ ਅਪੀਲ ਕਰ ਰਹੇ ਨੇ ਕਿ ਕਿਸੇ ਵੀ ਤਰੀਕੇ ਨਾਲ ਮਾਹੌਲ ਕੋਈ ਸ਼ਰਾਰਤੀ ਅੰਸਰ ਖਰਾਬ ਨਾ ਕਰਨ ਔਰ ਸ਼ਕਤੀ ਬਣਾਉਣ ਦੀ ਅਪੀਲ ਜਿਹੜੀ ਉਹ ਕੀਤੀ ਜਾ ਰਹੀ ਹੈ। ਔਰ ਬਕਾਇਦਾ ਤੌਰ ਤੇ ਜਿਹੜੇ ਲੋਕਲ ਇਨਪੁਟ ਉੱਥੋਂ ਮਿਲੇ ਨੇ, ਜਿਹੜੇ ਮੌਜੂਦਾ ਉੱਥੇ ਅਧਿਕਾਰੀ ਖੜੇ ਨੇ, ਉਹਨਾਂ ਤੋਂ ਸਾਰੀ ਫੀਡਬੈਕ ਲੈ ਕੇ ਡੀਜੀਪੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ 5:30 ਵਜੇ ਦਿੰਦੇ ਹੋਏ ਨਜ਼ਰ ਆਉਣਗੇ। ਠੀਕ ਹੈ, ਸ਼ੁਕਰੀਆ, ਧੰਨਵਾਦ ਪੰਕਜ ਇਸ ਜਾਣਕਾਰੀ ਦੇ ਲਈ। ਤਾਂ ਵੱਡੇ ਅਫਸਰਾਂ ਨੂੰ ਸੱਦਿਆ ਹੈ ਮੀਟਿੰਗ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ। ਡੀਜੀਪੀ ਸਮੇਤ ਬਾਕੀ ਸਾਰੇ ਜਿਹੜੇ ਹੋਰ ਹਾਈ ਅਫੀਸ਼ੀਅਲਸ ਨੇ ਉਹਨਾਂ ਦੀ ਬੈਠਕ ਬੁਲਾਈ ਗਈ ਹੈ ਇਸ ਪੂਰੇ ਘਟਨਾਕ੍ਰਮ ਤੇ, ਇਸ ਦੀਆਂ ਬਰੀਕੀਆਂ ਜਾਣਨ ਦੇ ਲਈ ਔਰ ਇਸ ਦੇ ਸਾਰੇ ਪੱਖ ਸਮਝਣ ਦੇ ਲਈ ਕਿ ਆਖਿਰ ਇਹ ਘਟਨਾ ਵਾਪਰੀ ਕਿਉਂ। ਤਾਂ ਪਟਿਆਲਾ ਦੇ ਵਿੱਚ ਅੱਜ ਦੋ ਧਿਰਾਂ ਦੇ ਵਿਚਾਲੇ ਇਹ ਜਦੋਂ ਝੜਪ ਹੋਈ, ਦਰਅਸਲ ਪ੍ਰਦਰਸ਼ਨ ਦੀ ਕਾਲ ਸੀ, ਉਸ ਨੂੰ ਲੈ ਕੇ ਮਾਮਲਾ ਵੱਧ ਗਿਆ ਔਰ ਦੋ ਜਥੇਬੰਦੀਆਂ ਦੇ ਵਿਚਕਾਰ ਟਕਰਾਅ ਹੋਇਆ। ਇਸ ਮੌਕੇ ਤੇ ਪੁਲਿਸ ਨੂੰ ਹਵਾਈ ਫਾਇਰ ਕਰਨੇ ਪਏ। ਫਿਲਹਾਲ ਜਿਹੜੀ ਸਥਿਤੀ ਹੈ ਉਹ ਕੰਟਰੋਲ ਦੇ ਵਿੱਚ ਹੈ ਪਰ ਤਣਾਅ ਬਰਕਰਾਰ ਹੈ। ਇਸ ਘਟਨਾ ਦਾ ਸੇਕ ਪੂਰੇ ਪੰਜਾਬ ਦੇ ਵਿੱਚ ਲੱਗਿਆ ਹੈ। ਪੂਰੇ ਪੰਜਾਬ ਦੇ ਲੋਕਾਂ ਨੇ ਅੱਜ ਦੀ ਇਸ ਘਟਨਾ ਨੂੰ ਦੇਖਿਆ ਹੈ ਔਰ ਪੂਰੇ ਪੰਜਾਬ ਦੇ ਲੋਕ ਇਸ ਵੇਲੇ ਇਹ ਜਾਣਨਾ ਚਾਹ ਰਹੇ ਨੇ ਕਿ ਆਖਿਰ ਇਹ ਘਟਨਾ ਘਟੀ ਕਿਉਂ, ਇਸ ਦੇ ਲਈ ਜ਼ਿੰਮੇਵਾਰ ਕੌਣ ਹੈ, ਕਿਉਂ ਐਸਾ ਮਾਹੌਲ ਬਣਿਆ ਕਿ ਉੱਥੇ ਲੋਕ ਇਕੱਠੇ ਹੋਏ ਔਰ ਇੱਕ ਤਰੀਕੇ ਨਾਲ ਗੱਲ ਇਸ ਤਰੀਕੇ ਦੀ ਬਣ ਗਈ ਕਿ ਦੋ ਭਾਈਚਾਰਿਆਂ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਹੁੰਦਾ ਬਚਿਆ। ਇਸ ਮੌਕੇ ਤੇ ਡੇਢ ਘੰਟਾ ਬਹੁਤ ਬੇਹੱਦ ਤਣਾਅਪੂਰਨ ਮਾਹੌਲ ਰਿਹਾ। ਪੁਲਿਸ ਪ੍ਰਸ਼ਾਸਨ ਨੂੰ ਕਾਫੀ ਮਸ਼ੱਕਤ ਕਰਨੀ ਪਈ ਇਸ ਮਾਹੌਲ ਨੂੰ ਕੰਟਰੋਲ ਕਰਨ ਦੇ ਲਈ। ਸੋ ਇਹ ਅੱਜ ਦੀਆਂ 4 ਤਸਵੀਰਾਂ ਨੇ ਜਦੋਂ ਜ਼ਬਰਦਸਤ ਹੰਗਾਮਾ ਹੋਇਆ, ਪੱਥਰਬਾਜ਼ੀ ਹੋਈ ਔਰ ਪੁਲਿਸ ਨੇ ਹਵਾਈ ਫਾਇਰ ਕੀਤੇ। कुछ शरारती
ਤੱਤਵਾਂ ਕਰਕੇ ਕੁਝ ਅਫਵਾਹਾਂ ਕਰਕੇ ਇਹ ਗੱਲ ਛੋਟੀ ਜੀ ਹੋਈ ਹੈ ਐਂਡ ਪੁਲਿਸ ਨੇ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਕੰਟਰੋਲ ਕਰ ਲਿਆ ਹੈ। ਲੋਕਾਂ ਨੂੰ ਅਪੀਲ ਇਹੀ ਹੈ ਕਿ ਕਿਸੇ ਵੀ ਤਰੀਕੇ ਦੀ ਅਫਵਾਹ ਦੇ ਉੱਪਰ ਧਿਆਨ ਨਾ ਦੇਣ। ਫਲੈਗ ਮਾਰਚ ਅਸੀਂ ਸ਼ਹਿਰ ਦੇ ਵਿੱਚ ਕਰ ਰਹੇ ਹਾਂ। ਡੀਸੀ ਮੈਡਮ ਨੇ ਪੀਸ ਕਮੇਟੀ ਦੀ ਮੀਟਿੰਗ ਬੁਲਾਈ ਹੈ, ਉਹ ਕੱਲ ਪੀਸ ਕਮੇਟੀ ਦੀ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ। ਠੀਕ ਹੈ, ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਜਿਹੜੀ ਕੋਈ ਵੀ ਅਫਵਾਹ ਹੁੰਦੀ ਹੈ ਉਸ ਤੋਂ ਬਚ ਕੇ ਰਹਿਣ ਤੇ ਸ਼ਹਿਰ ਦਾ ਮਾਹੌਲ ਬਣਾ ਕੇ ਰੱਖਣ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨ। ਇਹ ਤਾਂ ਅਸੀਂ ਚੈੱਕ ਕਰ ਰਹੇ ਹਾਂ, ਪੜਤਾਲ ਕਰਾਂਗੇ, ਲੇਕਿਨ ਫਿਲਹਾਲ ਜਿਹੜੀ ਸਾਡਾ ਮੇਨ ਜੋ ਏਮ ਹੈ ਉਹ ਸ਼ਹਿਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣ ਦਾ ਹੈ। ਤੇ ਮੀਡੀਆ ਨੂੰ ਵੀ ਅਪੀਲ ਇਹੀ ਹੈ ਕਿ ਸ਼ਹਿਰ ਦੇ ਵਿੱਚ ਅਪੀਲ ਇਹੀ ਕਰਨ ਕਿ ਸ਼ਾਂਤੀ ਪਬਲਿਕ ਬਣਾ ਕੇ ਰੱਖੇ ਤੇ ਇਹਦੇ ਲਈ ਜੋ ਕੁਝ ਵੀ ਲੋੜੀਂਦੇ ਕਦਮ ਚੁੱਕਣੇ ਹੈ। ਤਾਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਗਰਾਊਂਡ ਜ਼ੀਰੋ ਤੇ ਨੇ ਗੱਲਬਾਤ ਕੀਤੀ ਹੈ। ਉਹਨਾਂ ਨੇ ਗੁਰਸੇਵਕ ਸਿੰਘ ਨਾਲ ਜਿਹੜੇ ਸ਼ਖਸ ਉੱਥੇ ਮੌਜੂਦ ਸੀ ਜਦੋਂ ਪੂਰਾ ਘਟਨਾਕ੍ਰਮ ਜਿਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਇਹ ਪੂਰਾ ਵਾਕਿਆ ਹੋਇਆ। ਨਪਿੰਦਰ ਬਰਾੜ ਗੱਲਬਾਤ ਕੀਤੀ ਹੈ ਉਹਨਾਂ ਨੇ ਸਾਡੇ ਸਹਿਯੋਗੀ ਨੇ ਗੁਰਸੇਵਕ ਸਿੰਘ ਦੇ ਨਾਲ, ਉਹ ਸੁਣਾਉਂਦੇ ਹਾਂ। ਪਟਿਆਲਾ ਦੇ ਵਿੱਚ ਆਖਿਰ ਵਿਵਾਦ ਸ਼ੁਰੂ ਕਿਵੇਂ ਹੋਇਆ? ਸਾਡੇ ਨਾਲ ਇੱਕ ਸ਼ਖਸ ਮੌਜੂਦ ਹੈ। ਇਸ ਸ਼ਖਸ ਦੀ ਬਾਂਹ ਤੇ ਸੱਟ ਵੱਜੀ ਹੋਈ ਆ, ਪੱਟੀਆਂ ਕੀਤੀਆਂ ਹੋਈਆਂ ਨੇ ਔਰ ਇਹ ਸ਼ਖਸ ਹੈ ਗੁਰਸੇਵਕ ਸਿੰਘ ਭਾਣਾ। ਗੁਰਸੇਵਕ ਸਿੰਘ ਭਾਣਾ ਉਹ ਸ਼ਖਸ ਹੈ ਜਿਹੜਾ ਸਿੱਖ ਜਥੇਬੰਦੀਆਂ ਦੇ ਵਿੱਚ ਮੁੱਖ ਨੁਮਾਇੰਦਿਆਂ ਦੇ ਤੌਰ ਤੇ ਦੇਖਿਆ ਜਾ ਰਿਹਾ ਔਰ ਇਹ ਵਿਵਾਦ ਜਦੋਂ ਸ਼ੁਰੂ ਹੋਇਆ ਤਾਂ ਉਸ ਵਿਵਾਦ ਦੀ ਸ਼ੁਰੂਆਤ ਦੇ ਵੇਲੇ ਵੀ ਇਹੀ ਸ਼ਖਸ ਉੱਥੇ ਮੌਜੂਦ ਸੀ ਜਦੋਂ ਇਹ ਪੂਰੀ ਘਟਨਾ ਘਟਦੀ ਹੈ ਕਾਲੀ ਮਾਤਾ ਮੰਦਿਰ ਦੇ ਬਿਲਕੁਲ ਸਾਹਮਣੇ। ਗੁਰਸੇਵਕ ਜੀ, ਹੋਇਆ ਕੀ ਸੀ? ਆਖਿਰ ਐਸਾ ਕਿਉਂ ਮਾਹੌਲ ਪੈਦਾ ਹੋ ਗਿਆ ਕਿ ਜਿੱਥੇ ਲੋਕਾਂ ਨੂੰ ਉਦਾਹਰਨ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੈ, ਐਸਾ ਕੀ ਹੋਇਆ ਸੀ ਉਸ ਵੇਲੇ? ਸ਼ੁਰੂਆਤ ਤੁਹਾਡੇ ਤੋਂ ਹੋਈ, ਉੱਥੇ ਤੁਹਾਡੇ ਕੋਲੇ ਇਹ ਘਟਨਾ ਵਾਪਰੀ। ਸਭ ਤੋਂ ਪਹਿਲਾਂ ਕੀ ਹੋਇਆ ਸੀ? ਬਾਈ ਉਸ ਟਾਈਮ ਸਾਡੇ ਨਾਲ ਅਸੀਂ ਜਦ ਇਹਨਾਂ ਦੀ ਕਾਲ ਜਿੱਥੇ ਦਿੱਤੀ ਸੀ ਨਾ, ਅਸੀਂ ਉੱਥੋਂ ਆ ਰਹੇ ਸੀ। ਇਹਨਾਂ 'ਚ ਇਹ ਪਹਿਲੀ ਗੱਲ ਤਾਂ ਦਮ ਹੈ ਨਹੀਂ ਸੀ ਵੀ ਸਾਡੇ ਨਾਲ ਉੱਥੇ ਗੱਲ ਕਰ ਸਕਣ ਜਾਂ ਜਿਵੇਂ ਵੀ ਇਹਨਾਂ ਨੂੰ ਚਾਹੀਦਾ ਸੀ ਉਵੇਂ ਕਰ ਸਕਣ। ਚਲੋ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਤੁਸੀਂ ਪਿੱਛੇ ਹਟ ਜਾਓ, ਇਹਨਾਂ ਨੇ ਇੱਥੇ ਨਹੀਂ ਇਕੱਠੇ ਹੋਏ, ਤੁਸੀਂ ਪਿੱਛੇ ਹਟ ਜਾਓ। ਅਸੀਂ ਪਿੱਛੇ ਹਟ ਗਏ। ਇੱਥੇ ਆਪਣੇ ਸਿੰਘ ਜਿੱਥੇ ਬੈਠੇ ਸੀਗੇ ਦੁਖਨਿਵਾਰ ਸਾਹਿਬ ਤੋਂ ਚੱਲ ਕੇ ਆ ਕੇ ਰਾਹ 'ਚ ਪ੍ਰਸ਼ਾਸਨ ਨੇ ਰੋਕ ਲਏ ਸੀ। ਅਸੀਂ ਉੱਥੇ ਆਉਣ ਦੇ ਲਈ ਚੱਲ ਪਏ। ਸਾਡੇ ਨਾਲ 5-7 ਮੁਲਾਜ਼ਮ ਸੀ, ਅਸੀਂ ਕਰੀਬ 5-6 ਸਿੰਘ ਸੀਗੇ। ਅਸੀਂ ਉੱਥੋਂ ਜਿਵੇਂ ਨਿਕਲੇ ਆ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਉਵੇਂ ਅਸੀਂ ਕਾਲੀ ਮਾਤਾ ਦੇ ਜਿਹੜਾ ਮੰਦਿਰ ਦੇ ਬਾਹਰ ਮੂੰਹ ਦੀ ਲੰਘ ਰਹੇ ਸੀ। ਸਾਡੇ ਮਨ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ ਕਿ ਅਸੀਂ ਮੰਦਿਰ ਦੇ ਮੂਹਰੋਂ ਲੰਘਣਾ ਤੇ ਕੋਈ ਭੈਪੀਤ ਹੋਈਏ ਜਾਂ ਉਹਨਾਂ ਨੂੰ ਕਰੀਏ। ਅਸੀਂ ਤਾਂ ਨਿਰਭਉ ਤੇ ਨਿਰਵੈਰ ਵਾਲੇ ਆ, ਸਾਨੂੰ ਇਹ ਗੱਲ ਦੀ ਕੋਈ ਸ਼ੰਕਾ ਨਹੀਂ ਹੈਗੀ ਸੀ ਵੀ ਮੰਦਿਰ ਦੇ ਵਿੱਚ ਅਜਿਹੇ ਬੰਦੇ ਹੋਣਗੇ। ਜਦੋਂ ਅਸੀਂ ਮੰਦਿਰ ਦੇ ਬਾਹਰ ਮੂੰਹ ਦੀ ਲੰਘਣ ਲੱਗੇ ਤਾਂ ਉਹ ਕਰੀਬ 50 ਮੀਟਰ ਦੀ ਦੂਰੀ ਤੋਂ ਬੰਦਾ ਭੱਜ ਕੇ ਤੇ ਆਪਦੇ ਨਾਅਰੇ ਲਾਉਂਦਾ ਆਉਂਦਾ ਤੇ ਡਾਂਗ ਲੈ ਕੇ ਹੱਥ 'ਚ ਕੁਝ ਬੰਦੇ ਦੇ ਪੱਥਰ ਸੀਗੇ ਉਹ ਲੈ ਕੇ ਤੇ ਸਾਡੇ ਵੱਲ ਵਧੇ। ਤੇ ਜਦੋਂ ਬੰਦਾ ਮੈਂ ਤੁਹਾਡੀ ਗੱਲ ਵਿੱਚੋਂ ਟੋਕ ਰਿਹਾ ਗੁਰਸੇਵਕ ਜੀ, ਕਿਤੇ ਐਸਾ ਤਾਂ ਨਹੀਂ ਕਿ ਥੋੜਾ ਸਾਈਡ ਤੇ ਆ ਜਾਓ, ਕਿਤੇ ਐਸਾ ਤਾਂ ਨਹੀਂ ਕਿ ਕੋਈ ਪ੍ਰਵੋਕ ਕੀਤਾ ਗਿਆ ਹੋਵੇ ਉਹਨਾਂ ਨੂੰ, ਤੁਹਾਡੇ ਵੱਲੋਂ ਕੋਈ ਨਾਅਰੇਬਾਜ਼ੀ, ਤੁਹਾਡੇ ਵੱਲੋਂ ਕੋਈ ਐਸੀ ਹਰਕਤ ਤਾਂ ਨਹੀਂ ਕੀਤੀ ਗਈ ਜਿਹਦੇ ਕਰਕੇ ਇਹ ਘਟਨਾ ਵਾਪਰੀ, ਜਾਂ ਤੁਸੀਂ ਆਰਾਮ ਨਾਲ ਆ ਰਹੇ ਸੀ ਕਿ ਕੰਮ ਹੋਇਆ? ਨਪਿੰਦਰ, ਇਹਦੇ ਵਿੱਚ ਬਾਈ ਮੈਂ ਮੈਂਸ਼ਨ ਕਰਦਾ ਨਾਮ ਪ੍ਰਕਾਸ਼ ਮਸੀਹ ਦੇ ਨਾਮ ਤੋਂ ਇੱਕ ਮੁਲਾਜ਼ਮ ਸਾਡੇ ਨਾਲ ਸੀਗਾ। ਉਹਦਾ ਮੈਂ ਨੰਬਰ ਵੀ ਦੇ ਕੇ ਆਇਆ ਮੁਲਾਜ਼ਮਾਂ ਨੂੰ ਅੰਦਰ ਬਿਆਨਾਂ ਦੇ ਵਿੱਚ। ਉਹ ਨਾਲ 5-7-4 ਹੋਰ ਮੁਲਾਜ਼ਮ ਸੀਗੇ ਸਾਡੇ ਨਾਲ, ਜਿਹੜੇ ਸਾਨੂੰ ਇਹ ਕਹਿ ਕੇ ਆ ਰਹੇ ਸਾਡੇ ਮਗਰ ਕਿ ਕੋਈ ਤੁਹਾਡੇ ਤੇ ਹਮਲਾ ਨਾ ਹੋ ਜੇ ਜਾਂ ਤੁਹਾਡੇ ਵੱਲੋਂ ਕਾਰਵਾਈ ਜਿਹੀ ਨਾ ਹੋ ਜੇ, ਅਸੀਂ ਤੁਹਾਡੀ ਸੁਰੱਖਿਆ ਲਈ ਆ ਰਹੇ ਹਾਂ। ਉਹ ਬੰਦੇ ਬਿਆਨ ਦੇ ਸਕਦੇ ਆ ਮੁਲਾਜ਼ਮ, ਮੈਂ ਇੱਕ ਨਾਮ ਦੇਤਾ। ਹੁਣ ਇਹ ਗੱਲ ਦੀ ਜਸਟੀਫਾਈ ਕਰਨ ਦੇ ਲਈ ਪ੍ਰਸ਼ਾਸਨ ਬੈਠਾ, ਪ੍ਰਸ਼ਾਸਨ ਉਹ ਗੱਲ ਨੂੰ ਜਸਟੀਫਾਈ ਕਰੇ ਕਿ ਸਾਡੇ ਵੱਲੋਂ ਪਹਿਲ ਹੋਈ ਤਾਂ। ਜੇ ਸਾਡੇ ਵੱਲੋਂ ਪਹਿਲ ਹੋਈ ਆ ਤੇ ਸਾਨੂੰ ਨੰਗੇ ਚਿੱਟੇ ਕਰ ਦੇਣ ਪ੍ਰਸ਼ਾਸਨ, ਪਰ ਕੀਤੀ ਉਹਨਾਂ ਨੇ ਆ। ਅਸੀਂ ਜਦੋਂ ਆ ਗਏ, ਜਦੋਂ ਭੱਜ ਕੇ ਆ ਗਏ, ਫਿਰ ਕੀ ਹੋਇਆ? ਕਿਵੇਂ ਘਟਨਾ ਵਾਪਰੀ? ਜਦੋਂ ਭੱਜ ਕੇ ਆ ਗਏ ਉਹਨਾਂ ਨੇ ਸਾਡੇ ਵੱਲ ਪੱਥਰ ਸਿੱਟੇ ਤਾਂ ਅਸੀਂ ਇੱਕਦਮ ਰੁਕੇ ਵੀ ਜੇ ਤੁਹਾਡੇ 'ਚ ਹਿੰਮਤ ਆ ਤਾਂ ਜੰਗਲਾ ਪਾਰ ਨਾ ਕੇ ਬਾਹਰ ਆ ਜਾਓ। ਅਸੀਂ ਨਹੀਂ ਚਾਹੁੰਦੇ ਸੀ ਮੰਦਿਰ ਵਾਲੇ ਪਾਸੇ ਜਿਹੀ ਗੱਲ ਹੋਵੇ ਕੋਈ। ਅਸੀਂ ਕਿਹਾ ਵੀ ਜੰਗਲ ਨਾ ਕੇ ਬਾਹਰ ਆ ਜਾਓ, ਅਸੀਂ ਦੇਖ ਲੈਨੇ ਆ। ਚਲੋ ਉਹ ਮੰਦਿਰ 'ਚ ਕੋਈ ਏਦਾਂ ਦੀ ਘਟਨਾ ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਜਿਹੀ ਗੱਲ ਕੋਈ ਨਹੀਂ ਕੀਤੀ। ਉਹ ਬੰਦੇ ਫਿਰ ਜਦੋਂ ਪ੍ਰਸ਼ਾਸਨ SSP ਨਾਨਕ ਸਿੰਘ ਜੀ ਆ ਗਏ, ਸਾਰੇ ਅਫਸਰ ਆ ਗਏ, ਤਾਂ ਉਹਨਾਂ ਨੇ ਸਾਨੂੰ ਕਿਹਾ, ਮੈਨੂੰ ਵੀ ਕਿਹਾ ਕਿ ਗੁਰਸੇਵਕ ਤੁਸੀਂ ਅੱਗੇ ਲੰਘੋ, ਜਿੱਥੇ ਤੁਸੀਂ ਜਾਣਾ ਜਾਓ, ਇਹਨਾਂ ਨੂੰ ਅਸੀਂ ਰੋਕ ਲੈਂਦੇ ਆ। ਉਹਨਾਂ ਨੇ ਰੋਕਣਾ ਚਾਹਿਆ ਪਰ ਉਹ ਬੰਦੇ ਉਹਨਾਂ ਦੇ ਰੋਕਿਆ ਨੇ 25-30 ਜਾਣੇ ਸੀਗੇ। ਉਹ ਬੰਦਿਆਂ ਨੇ ਉੱਤੋਂ ਦੀ ਪਥਰਾ, ਮੌਕੇ ਦਾ ਅਫਸਰ ਉੱਥੇ ਖੜਾ ਹੋਵੇ, ਉਹਨਾਂ ਦੇ ਉੱਤੋਂ ਦੀ ਪਥਰਾ ਕੀਤਾ। ਉਹਨਾਂ ਦੇ ਵੀ 1-2 ਵੱਜੀਆਂ, ਅਸੀਂ ਅੱਖੀਂ ਵੇਖੀਆਂ ਮੈਂ। ਸੋ ਉਹ ਸਾਡੇ ਜਦੋਂ 1-2 ਵੱਜੀਆਂ ਉੱਥੇ ਆ ਗਏ ਸੀ। ਹਾਂਜੀ, ਜਦੋਂ ਪੱਥਰ ਸਾਡੇ 1-2 ਵੱਜੇ ਅਸੀਂ ਮੁੜ ਕੇ ਖੜ ਗਏ। ਮੈਂ ਪੋਜੀਸ਼ਨ ਲਈ, ਮੈਂ ਕਿਹਾ ਵੀ ਚਲੋ ਇੱਥੇ ਖੜਿਆ ਮੈਂ, ਤੁਸੀਂ ਆਪਦਾ ਪਾਲਾ ਛੱਡੋ ਪ੍ਰਸ਼ਾਸਨ ਵਾਲਾ, ਆ ਸਾਨੂੰ ਵਿਚਾਲੇ ਆ ਜਾਓ, 2 ਮਿੰਟ ਜੇ ਕਰਨੀ ਹੈ ਤਾਂ 2 ਹੱਥ ਕਰ ਲਓ। ਉਹ ਬੰਦੇ ਉਹ ਗੱਲ ਜਿਹੜੀ 2 ਹੱਥ ਕਰਨ ਤੋਂ ਭੱਜ ਗਏ ਤੇ ਇੱਕ ਬੰਦੇ ਨੇ ਸਾਈਡ ਮੇਰੀ ਚੱਕ ਕੇ ਤੇ ਮੇਰੇ ਤੇ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਜਵਾਬੀ ਕਾਰਵਾਈ ਮੈਂ ਕੀਤੀ। SSP ਨਾਨਕ ਸਿੰਘ ਉਹਨਾਂ ਨੇ ਉਹ ਬੰਦੇ ਨੂੰ ਫੜ ਕੇ ਤੇ ਪਿੱਛੇ ਖਿੱਚਿਆ। ਹੁਣ ਮੌਕੇ ਤੇ ਅਫਸਰ ਖੜੇ ਆ, ਜੇ ਸਾਡੇ ਵੱਲੋਂ ਇੱਕ ਕਾਰਵਾਈ ਹੋਈ ਹੋਵੇ
ਤਾਂ ਉਹ ਗੱਲ ਜਿਹੜੀ ਕਲੀਅਰ ਆ। ਹੁਣ ਸਾਨੂੰ ਬਾਰ-ਬਾਰ ਚੀਕ ਕੇ ਕਹਿਣ ਦੀ ਲੋੜ ਨਹੀਂ। ਜਿਹੜਾ ਸ਼ਖਸ ਦਾਖਲ ਕੀਤਾ ਗਿਆ ਰਜਿੰਦਰਾ ਦੇ ਵਿੱਚ, ਉਹਨੂੰ ਕੀ ਹੋਇਆ, ਕੀ ਨਾਂ ਉਹਦਾ, ਕੌਣ ਸ਼ਖਸ ਹੈ, ਉਹਨੂੰ ਕੀ ਸੱਟ ਲੱਗੀ ਹੈ? ਬਲਵਿੰਦਰ ਸਿੰਘ ਹੋਣੀ ਆ, ਉਹਨਾਂ ਦੇ ਗੋਲੀ ਲੱਗੀ ਆ, ਅੰਦਰੋਂ ਗੋਲੀ ਲੱਗੀ ਆ। ਉਹ ਕਦੋਂ ਲੱਗੀ ਹੈ? ਜਦੋਂ ਸਾਡੇ ਤੇ ਇਹ ਧਾਵਾ ਬੋਲਦੇ ਆ ਤੇ ਅਸੀਂ ਗਿਣਤੀ ਸਿੰਘਾਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੇ ਉਹ ਵੱਡੀ ਗਿਣਤੀ ਸਿੰਘ ਉਧਰ ਆਉਂਦੇ ਆ ਤੇ ਆ ਕੇ ਜਦੋਂ ਗੱਲਬਾਤ ਹੁੰਦੀ ਆ ਵੀ ਸਾਡੇ ਨਾਲ ਆਜੋ ਹੁਣ ਜੇ ਦੇਖਣਾ ਤਾਂ, ਤੇ ਉਹਨਾਂ ਵੱਲੋਂ ਗੋਲੀ ਚਲਾਈ ਜਾਂਦੀ ਤੇ ਉਹਨਾਂ ਦੇ ਪੱਟ ਦੇ ਵਿੱਚ ਫਾਇਰ ਲੱਗਦਾ। ਹੁਣ ਵੀ 3 ਘੰਟੇ ਤੋਂ ਅੰਦਰ ਜਿਹੜੇ ਅਸੀਂ ਪੁਲਿਸ ਨੇ ਹਾਲੇ ਪੁਸ਼ਟੀ ਨਹੀਂ ਕੀਤੀ ਇਸ ਗੱਲ ਦੀ ਕਿ ਗੋਲੀ ਲੱਗੀ ਹੈ ਉਹਨੂੰ। ਚਲੋ ਪ੍ਰਸ਼ਾਸਨ ਦੀ ਉਹ ਆਪਦੀ ਕੋਈ ਹੋਣੀ ਆ ਅਜਿਹੀ ਪੁਸ਼ਟੀ ਕਰਨ ਦੀ ਕੋਈ ਵਿਧੀ ਵਿਧਾਨ ਹੋਣਾ। ਪੋਜੀਸ਼ਨ ਕੀ ਹੈ ਬਲਵਿੰਦਰ ਸਿੰਘ ਹੋਰਾਂ ਦੀ? ਪੋਜੀਸ਼ਨ ਚੜ੍ਹਦੀ ਕਲਾ 'ਚ ਕੋਈ ਦਿੱਕਤ ਨਹੀਂ। ਉਹਨਾਂ ਨੇ ਹੁਣ ਵੀ ਕਿਹਾ, ਪਹਿਲਾਂ ਵੀ ਜਦੋਂ ਲੱਗੀ ਉਦੋਂ ਵੀ ਕਹਿੰਦੇ ਸੀ ਕੋਈ ਚੱਕਰ ਨਹੀਂ, ਕਹਿੰਦੇ ਮੈਂ ਇੱਥੇ ਰਹੂੰਗਾ। ਉਹ ਹਸਪੀਟਲ ਨਹੀਂ ਸੀ ਆਉਂਦੇ। ਗੋਲੀ ਲੱਗ ਕੇ ਬਾਹਰ ਨਿਕਲ ਗਈ ਜਾਂ ਹਾਲੇ ਅੰਦਰ? ਨਹੀਂ ਜੀ, ਅੰਦਰ ਆ ਜੀ, ਉਹਨਾਂ ਦੇ ਸੈਂਟਰ ਦੇ ਵਿੱਚ ਆ ਗਈ ਗੋਲੀ ਪੱਟ ਤੋਂ ਲੱਗ ਕੇ। ਸੋ ਪ੍ਰਸ਼ਾਸਨ ਨਾਲ ਇਹ ਗੱਲ ਹੋਈ ਆ ਕਿ ਇਹਨਾਂ ਦਾ ਜਿਹੜਾ ਬਣਦਾ ਟ੍ਰੀਟਮੈਂਟ ਕਰਵਾ ਕੇ ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾ ਕੇ ਗੋਲੀ ਕਰਵਾਈ ਜਾਵੇ। ਹੁਣ ਕੀ ਚਾਹੁੰਦੇ ਆ? ਹਲੇ ਵੀ ਕਿਉਂਕਿ ਪ੍ਰੋਟੈਸਟ ਜਿਹੜਾ ਚੱਲ ਰਿਹਾ ਉਧਰ ਪਾਸਿਓਂ ਵੀ ਔਰ ਇੱਧਰ ਵੀ ਪ੍ਰੋਟੈਸਟ ਚੱਲ ਰਿਹਾ ਫੁਹਾਰਾ ਚੌਂਕ ਦੇ ਵਿੱਚ, ਅੱਗੇ ਕੀ ਹੋਏਗਾ? ਪ੍ਰੋਟੈਸਟ ਕਿਵੇਂ ਸ਼ਾਂਤ ਹੋਏਗਾ? ਭਾਈ ਚਾਹੁਣ ਦੀ ਤਾਂ ਗੱਲ ਹੁਣ ਨਵਿੰਦਰ ਤੁਹਾਨੂੰ ਵੱਧ ਪਤਾ ਵੀ ਆਪਾਂ ਸਾਡੇ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਤਾਂ ਸਮੇਂ-ਸਮੇਂ ਸਾਡੇ ਨਾਲ ਵਧੀਕੀਆਂ ਹੋ ਰਹੀਆਂ। ਅਸੀਂ ਕਿਸੇ ਇੱਕ ਬੰਦੇ ਦਾ ਨਾਂ ਨਹੀਂ ਲੈਂਦੇ। ਇਹ ਸਿਸਟਮ ਹੀ ਨਹੀਂ ਚਾਹੁੰਦਾ ਕਿ ਤੁਹਾਡੇ ਨਾਲ ਨਿਆਂ ਹੋਵੇ। ਤੇ ਨਿਆਂ ਅਸੀਂ ਹੁਣ ਜੇ ਮੈਂ ਦੁਬਾਰਾ ਕਹਾਂ ਵੀ ਬੇਅਦਬੀ ਦਾ ਇਨਸਾਫ ਲੈਣ ਦੇ ਲਈ, ਜਦ ਬੇਅਦਬੀ ਹੋਈ ਉਹਦਾ ਇਨਸਾਫ ਨਹੀਂ ਮਿਲਿਆ ਤੇ ਸਿੰਘਾਂ ਨੂੰ ਸ਼ਹੀਦ ਕਰਤਾ ਕਿ ਉਹਦਾ ਇਨਸਾਫ ਨਹੀਂ ਮਿਲਿਆ। ਅਸੀਂ ਹੁਣ ਇਹ ਇੱਕ ਜਿਹੜੀ ਆ ਰੰਝ ਆ ਕੁਝ ਬੰਦਿਆਂ ਦੇ ਵੱਲੋਂ ਪੈਦਾ ਕੀਤੀ ਗਈ ਹੈ, ਇਹਦੇ 'ਚ ਸਾਡੇ ਸਿੰਘ ਜ਼ਖਮੀ ਹੋ ਜਾਂਦੇ ਆ। ਇਨਸਾਫ ਦੀ ਗੱਲ ਤਾਂ ਮੈਂ ਕਰ ਨਹੀਂ ਸਕਦਾ। ਹਾਂ, ਜੇ ਕਰ ਸਕਦੇ ਤਾਂ ਕਾਰਵਾਈ ਕਰਨ ਪ੍ਰਸ਼ਾਸਨ, ਉਹਨਾਂ ਨੂੰ ਫਰਜ਼ ਬਣਦਾ ਕਿ ਜਿਹੜੇ ਬੰਦੇ ਸਮੇਂ-ਸਮੇਂ ਤੇ ਮਾਹੌਲ ਪੰਜਾਬ ਦਾ ਖਰਾਬ ਕਰਦੇ, ਕਦੇ 6 ਜੂਨ ਆਉਣ ਵਾਲੀ ਆ, ਹੁਣ ਮਹੀਨੇ ਡੇਢ ਮਹੀਨੇ ਨੂੰ, ਉਦੋਂ ਫਿਰ ਇਹ ਖੁੱਡਾਂ 'ਚੋਂ ਨਿਕਲਣਗੇ। ਸੋ ਉਦੋਂ ਪਹਿਲਾਂ ਪ੍ਰਸ਼ਾਸਨ ਨੱਥ ਪਾਵੇ। ਸਾਡੇ ਸਿੰਘਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਜਦੋਂ ਗੱਲ ਹੁੰਦੀ ਆ। ਜੇ ਸ਼ਹੀਦਾਂ ਸਿੰਘਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਬੰਦੇ ਸ਼ਹੀਦਾਂ ਸਿੰਘਾਂ ਦੇ ਖਿਲਾਫ ਬੋਲਦੇ ਆ ਤੇ ਚੰਦ ਕੁ ਬੰਦੇ ਆ ਪੰਜਾਬ ਦੇ ਵਿੱਚ ਗਿਣਤੀ ਕਰਨੀ ਹੋਵੇ ਤਾਂ 5-7-10 ਬੰਦੇ ਹੋਣਗੇ ਤੇ ਉਹਨਾਂ ਨੂੰ ਨਜ਼ਰਬੰਦ ਕਰਕੇ ਤੇ ਪੰਜਾਬ ਦਾ ਮਾਹੌਲ ਸ਼ਾਂਤ ਕਿਉਂ ਨਹੀਂ ਕਰਦਾ ਜੀ ਸਰਕਾਰ? ਜੀ ਆਖਰੀ ਸਵਾਲ ਹੈ ਕਿ ਆਖਿਰ ਇਹ ਹੋਇਆ ਕਿਉਂ ਲੱਗਦਾ? ਤੁਸੀਂ ਵੀ ਆਖਰ ਜੇ ਇੱਥੇ ਨਾ ਕੁਝ ਹੋਇਆ, ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਮਨਸ਼ਾ ਕੀ ਆ? ਕਿਉਂ ਇਹ ਵਿਵਾਦ ਪੈਦਾ ਹੋਇਆ? ਕਿਉਂਕਿ ਆਮ ਤਾਂ ਹਿੰਦੂ ਸਿੱਖ ਸਾਰੇ ਇਕੱਠੇ ਰਹਿੰਦੇ ਆ, ਫਿਰ ਇੱਥੇ ਐਸਾ ਕੀ ਹੋ ਗਿਆ ਕਿ ਦੋਨੇ ਟੱਕਰ ਪਏ? ਆਮ ਵਰਗ ਬਈ, ਮੈਂ ਅੱਗੇ ਕਹਿੰਦਾ ਮੇਰਾ ਨਾ ਬਿਜ਼ਨਸ ਦੇ ਵਿੱਚ ਮੇਰੀ ਬੜੇ ਪ੍ਰੇਮ ਆ ਹਿੰਦੂ ਭਰਾਵਾਂ ਨਾਲ। ਮੈਨੂੰ ਬੜੇ ਤਰੀਕੇ ਦੀਆਂ ਸਲਾਹਾਂ ਦਿੰਦੇ ਆ ਬਿਜ਼ਨਸ ਨੂੰ ਅਪ ਕਰਨ ਦੇ ਲਈ। ਇਹ ਮੇਰੀ ਪਰਸਨਲ ਪੁਰਾਣੀ ਆ ਮੇਰੀ ਇਹਨਾਂ ਨਾਲ। ਸੋ ਇਹ ਬੰਦੇ ਜਿਹੜੇ ਹੁੰਦੇ ਨਾ, ਜਿਹੜੇ ਆਹ ਵਰਗ ਆ, ਇਹ ਵਰਗ ਸਰਕਾਰ ਦੇ ਵੱਲੋਂ ਆਪਦੀਆਂ ਜਿਹੜੀਆਂ ਸਿਕਿਉਰਿਟੀਆਂ ਟਾਈਟ ਕਰਨ ਦੇ ਲਈ, ਵਧਾਉਣ ਦੇ ਲਈ ਇਹ ਕੰਮ ਸਮੇਂ-ਸਮੇਂ ਤੇ ਕਰਦਾ ਰਹਿੰਦਾ। ਪਰ ਸਿੰਘਾਂ ਨੂੰ ਇਹ ਗੱਲਾਂ ਦੀ ਕੋਈ ਦਿੱਕਤ ਨਹੀਂ। ਪਰ ਇੱਥੇ ਸਾਡਾ ਕੀ ਰੋਲ ਇਹ ਬਣਿਆ ਕਿ ਬਾਈ ਦੀਪ ਨੇ ਹੋਣ ਦੀ ਜਿਵੇਂ ਗੱਲ ਕੀਤੀ ਸੀ, ਅਸੀਂ ਆਪਦੀ ਹੋਣ ਦਾ ਪ੍ਰਗਟਾਵਾ ਦਿੱਤਾ ਵੀ ਸਿੱਖ ਜਿਉਂਦੇ ਆ, ਇਹ ਜਿਹੀ ਗੱਲ ਨਹੀਂ ਕਰਨ ਦੇਣਗੇ। ਤੁਸੀਂ ਬੰਦਿਆਂ ਦੇ ਬਾਰੇ ਜੋ ਮਰਜ਼ੀ ਕਰੀ ਜਾਓ, ਜੇ ਮੇਰਾ ਨਾਮ ਲੈ ਕੇ ਜੋ ਕਰਨਾ ਕਰ ਲਓ। ਸ਼ਹੀਦਾਂ ਸਿੰਘਾਂ ਦੇ ਬਾਰੇ ਕਰੋਗੇ, ਚਾਹੇ ਸਾਡੇ ਨਾਰਿਆਂ ਦੇ ਬਾਰੇ ਗੱਲ ਕਰੋਗੇ, ਸਾਡੇ ਰਾਜ ਕਰਿਆ ਖਾਲਸਾ ਦੇ ਸੰਕਲਪ ਬਾਰੇ ਗੱਲ ਕਰੋਗੇ, ਤਾਂ ਇਹ ਅਸੀਂ ਕਦੇ ਸੁਣ ਨਹੀਂ ਸਕਦੇ। ਪਰ ਇਹ ਵੀ ਕਿਤੇ ਨਾ ਕਿਤੇ ਗੁਰਸੇਵਕ ਸਿੰਘ ਭਾਣਾ ਇੱਕ ਸਿੱਖ ਜਥੇਬੰਦੀ ਵੱਲੋਂ ਚਾਹੁੰਦਾ ਹੈ ਕਿ ਭਾਈਚਾਰਕ ਸਾਂਝ ਨਹੀਂ ਖਰਾਬ ਹੋਣੀ ਚਾਹੀਦੀ। ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਤੇ ਕਾਰਵਾਈ ਹੋਵੇ। ਅਸੀਂ ਪਹਿਲਾਂ ਵੀ ਕਹਿੰਦੇ ਆ ਕਿ ਜਦੋਂ ਸਾਡੇ ਨਾਲ ਉਹ ਹੋਇਆ ਤਾਂ ਅਸੀਂ ਇਹ ਸੋਚਿਆ ਨਹੀਂ ਕਿ ਅਸੀਂ ਇੱਧਰ ਪਥੜਾ ਕਰੀਏ। ਜਦੋਂ ਸਾਡੇ ਸਿੰਘ ਦੁਆਰਾ ਆਉਂਦੇ ਆ ਅਸੀਂ ਉਦੋਂ ਵੀ ਰੋਕਿਆ, ਮੈਂ ਖੁਦ ਰੋਕਿਆ ਯਾਰ ਵੀ ਮੇਰੇ ਨਾਲ ਜੋ ਹੋਇਆ ਮੈਂ ਦੇਖਿਆ, ਤੁਸੀਂ ਵੀ ਦੇਖਿਆ, ਪਰ ਆਪਾਂ ਮੰਦਰ ਵਾਲੇ ਪਾਸੇ ਨਹੀਂ ਜਾਣਾ। ਅਸੀਂ ਨਹੀਂ ਚਾਹੁੰਦੇ ਕਿਉਂਕਿ ਉਹ ਧਰਮ ਸਥਾਨ ਆ। ਪਰ ਜਿਹੜੇ ਬੰਦੇ ਧਰਮ ਦੀ ਆੜ ਲੈ ਕੇ ਕੰਮ ਕਰ ਰਹੇ ਆ, ਹੁਣ ਉਹ ਜਾਂ ਤਾਂ ਮੰਦਰ ਵਾਲੇ ਨੰਗੇ ਕਰਨ ਉਹਨਾਂ ਨੂੰ, ਇਹ ਬੰਦੇ ਸਾਡੇ ਨਹੀਂ ਸੀ, ਇਹ ਕੁਝ ਬੰਦੇ ਸ਼ਰਾਰਤੀ ਸੀ, ਇਹ ਗੱਲ ਫੇਰ ਤਾਂ ਜਸਟੀਫਾਈ ਹੋ ਸਕਦੀ ਆ। ਤੇ ਜੇ ਅਸੀਂ ਸੁੱਤੇ ਸਿੱਧਾ ਆਪਦਾ ਹੀ ਇਕੱਲਾ ਢੰਡੋਰਾ ਪਿੱਟੀ ਜਾਈਏ ਕਿ ਅਸੀਂ ਹਿੰਦੂ ਸਿੱਖ ਦੀ ਏਕਤਾ, ਅਸੀਂ ਤਾਂ ਕਹਿੰਦੇ ਆ, ਪਰ ਜੇ ਦੂਜਾ ਪਾਸਾ ਐਕਸੈਪਟ ਹੀ ਨਾ ਕਰੇ, ਅਸੀਂ ਇੱਕ ਤਰਫੀ ਏਕਤਾ ਨਹੀਂ ਕਰ ਸਕਦੇ। ਜ਼ਖਮੀ ਕਿੰਨੇ ਕੁ ਜਾਣੇ ਹੋਏ ਨੇ ਇਸ ਵੇਲੇ ਹਸਪੀਟਲ 'ਚ? ਕਿੰਨੇ ਜਾਣੇ ਦਾਖਲ ਨੇ? ਮੈਂ ਜਿਹੜਾ ਆਪਣਾ ਸਿੰਘ ਗੋਲੀ ਲੱਗੀ ਆ ਉਹਨਾਂ ਨੂੰ ਮਿਲ ਕੇ ਆਇਆ। ਉਸ ਤੋਂ ਬਾਅਦ ਜਾਇਆ ਨਹੀਂ ਗਿਆ ਵੀ ਕਿੰਨੇ ਸਿੰਘ ਆ ਜਾਂ ਮੁਲਾਜ਼ਮਾਂ, ਕਈ ਮੁਲਾਜ਼ਮਾਂ ਦੀ ਗੱਲ ਵੀ ਕਰ ਰਹੇ ਮੀਡੀਆ ਜੋ ਚੱਲ ਰਿਹਾ, ਮੈਂ ਉਹ ਦੇਖ ਨਹੀਂ ਸਕਿਆ। ਤਾਂ ਇਹ ਗੁਰਸੇਵਕ ਸਿੰਘ ਭਾਣਾ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਹੋ ਰਿਹਾ ਸੀ ਉਸ ਦੇ ਵਿੱਚ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੇ ਵਿੱਚੋਂ ਇੱਕ ਇਹ ਆ, ਜਿੱਥੋਂ ਇਹ ਸ਼ੁਰੂਆਤ ਹੋਈ, ਜਿਸ ਵੇਲੇ ਪੂਰਾ ਕਲੇਸ਼ ਆ ਜਿਹੜਾ ਸ਼ੁਰੂ ਹੋਇਆ ਮਾਤਾ ਕਾਲੀ ਮਾਤਾ ਦੇ ਮੰਦਿਰ ਦੇ ਬਿਲਕੁਲ ਸਾਹਮਣੇ। ਤਾਂ ਇਸ ਨੂੰ ਵੀ ਜਿਹੜੀਆਂ ਸੱਟਾਂ ਲੱਗੀਆਂ ਨੇ ਗੁਰਸੇਵਕ ਭਾਣਾ ਹੋਰਾਂ ਨੂੰ ਵੀ, ਔਰ ਦਾਅਵਾ ਕੀਤਾ ਜਾ ਰਿਹਾ ਕਿ ਇੱਕ ਸ਼ਖਸ ਦੇ ਗੋਲੀ ਲੱਗੀ ਔਰ ਹਲੇ ਵੀ ਗੋਲੀ ਉਸਦੇ ਸਰੀਰ ਦੇ ਅੰਦਰ ਹੈ ਔਰ ਕਈ ਲੋਕ ਹੋਰ ਜ਼ਖਮੀ ਹੋਏ ਨੇ। ਪਰ ਆਖਿਰ ਇਸ ਪੂਰੀ ਘਟਨਾ ਦੇ ਪਿੱਛੇ ਕੌਣ ਹੈ? ਸਾਜ਼ਿਸ਼ ਕੀ ਸੀ? ਮਨਸ਼ਾ ਕੀ ਸੀ? ਕਿਉਂ ਦੋ ਭਾਈਚਾਰਿਆਂ ਦੇ ਵਿੱਚ ਇਸ ਤਰ੍ਹਾਂ ਦਾ ਵਿਵਾਦ ਖੜਾ ਹੋਇਆ? ਬੜੀ ਗਹਿਰਾਈ ਦੇ ਨਾਲ ਜਾਂਚ ਕਰਨ ਦੀ ਲੋੜ ਹੈ ਤਾਂ ਕਿ ਪਿਆਰ ਤੇ ਭਾਈਚਾਰਾ ਆਪਸੀ ਖਰਾਬ ਨਾ ਹੋਵੇ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨੁਪਿੰਦਰ ਸਿੰਘ ਬਰਾੜ, ਨਿਊਜ਼ 18 ਪਟਿਆਲਾ। ਤਾਂ ਪਟਿਆਲਾ ਦੇ ਵਿੱਚ ਉਸ ਸ਼ਖਸ ਨੇ ਸਾਰੀ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰੀਕੇ ਨਾਲ ਹੋਇਆ ਸੀ। ਹਾਲਾਂਕਿ ਉਹ ਆਪਣਾ ਪੱਖ ਰੱਖ ਰਹੇ ਨੇ ਕਿ ਅਸੀਂ ਕਿਸੇ ਤੇ ਕੋਈ ਪਹਿਲ ਨਹੀਂ ਕੀਤੀ, ਅਸੀਂ ਕਿਸੇ ਤੇ ਕੋਈ ਅਟੈਕ ਨਹੀਂ ਕੀਤਾ, ਪਹਿਲ ਉਹਨਾਂ ਨੇ ਕੀਤੀ ਹੈ। ਸੋ ਉਹ ਜੇ ਇਹ ਚੀਜ਼ ਨੂੰ ਸਾਹਮਣੇ ਲੈ ਆਉਣਗੇ ਕਿ ਇਹ ਵਾਲੇ ਸ਼ਰਾਰਤੀ ਅਨਸਰ ਸੀ ਔਰ ਇਹਨਾਂ ਨੇ ਮਾਹੌਲ ਖਰਾਬ ਕੀਤਾ, ਜਿਨ੍ਹਾਂ ਦੀਆਂ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ, ਲੰਗਰ ਭਵਨ ਤੋਂ ਕੁਝ ਲੋਕ ਜਿਹੜੇ ਪੱਥਰਬਾਜ਼ੀ ਕਰਦੇ ਨਜ਼ਰ ਆ ਰਹੇ ਨੇ, ਤਾਂ ਫਿਰ ਉਹ ਜਥੇਬੰਦੀਆਂ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਆਪਣਾ ਚਲੇ ਜਾਵਾਂਗੇ। ਔਰ ਪ੍ਰਸ਼ਾਸਨ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ ਉਸ ਦਾ ਟ੍ਰੀਟਮੈਂਟ ਕਰਾਵੇ। ਲੱਤ ਦੇ ਵਿੱਚ ਗੋਲੀ ਲੱਗੀ ਹੈ, ਇੱਕ ਵਿਅਕਤੀ ਜੋ ਜ਼ੇਰੇ ਇਲਾਜ ਹੈ
ਪਟਿਆਲਾ ਦੇ ਹਸਪਤਾਲ ਦੇ ਵਿੱਚ। ਕੁਝ ਪੁਲਿਸ ਮੁਲਾਜ਼ਮ ਵੀ ਇਸ ਪੂਰੀ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ। ਸੋ ਪੁਲਿਸ ਮੁਲਾਜ਼ਮ ਕੀ ਕਹਿ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਸੁਣਾਉਣੇ ਆ। ਸਾਡੇ ਸਹਿਯੋਗੀ ਮਨੋਜ ਰਾਠੀ ਵੱਲੋਂ ਗੱਲਬਾਤ ਕੀਤੀ ਗਈ ਹੈ। ਪਟਿਆਲਾ 'ਚ ਹੋਏ ਵਿਵਾਦ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਲੇਕਿਨ ਹੁਣ ਪੁਲਿਸ ਵੱਲੋਂ ਕਈ ਸਵਾਲ ਨੇ ਕਿ ਆਖਿਰ ਇਹਦੀ ਸ਼ੁਰੂਆਤ ਕਿਉਂ ਹੋਈ, ਕਿਉਂਕਿ ਜਿਸ ਤਰ੍ਹਾਂ ਦੀ ਚੀਜ਼ਾਂ ਹੋਈ ਸੀ ਬਿਲਕੁਲ ਸਿੰਪਲ ਤਰੀਕੇ ਨਾਲ ਚੱਲ ਰਿਹਾ ਸੀ, ਬਿਲਕੁਲ ਨਾਰਮਲ ਤਰੀਕੇ ਨਾਲ ਚੱਲ ਰਿਹਾ ਸੀ, ਲੇਕਿਨ ਕਾਲੀ ਮਾਤਾ ਦੇ ਮੰਦਿਰ ਦੇ ਅੱਗੇ ਅਚਾਨਕ ਕੀ ਹੋਇਆ ਕਿ ਇੱਕ ਦੂਜੇ ਤੇ ਪਥਰਾਵ ਹੋਇਆ, ਇੱਕ ਦੂਜੇ ਤੇ ਤੁਸੀਂ ਭੜਕੇ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ। ਸਾਡੇ ਨਾਲ ਮੋਹਿਤ ਅਗਰਵਾਲ ਜੀ ਨੇ, ਸੀਨੀਅਰ ਆਫੀਸਰ। ਸਰ, ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਲਗਾਤਾਰ ਸਾਰੇ ਆਪਰੇਸ਼ਨ ਸ਼ਾਮਿਲ ਸੀ। ਸਿਚੁਏਸ਼ਨ ਕਿਉਂ ਹੋਈ? ਜਿੱਦਾਂ ਤੁਸੀਂ ਕਿਹਾ ਕਿ ਖਾਲਸਾ ਨੂੰ ਲੈ ਕੇ ਅਗੇਂਸਟ ਪ੍ਰੋਟੈਸਟ ਵੀ ਕਰਨਾ ਸੀਗਾ, ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਸਿੱਖ ਸੰਗਠਨ ਨੇ, ਆਰਗੇਨਾਈਜੇਸ਼ਨ ਨੇ, ਉਹਨਾਂ ਵੱਲੋਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਜੇ ਤੁਸੀਂ ਕਰਦੇ ਹੋ ਇਸ ਤਰ੍ਹਾਂ ਦੀ ਚੀਜ਼ਾਂ ਤੇ ਤੁਹਾਡੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਏਗੀ। ਇਹ ਵੀ ਚੀਜ਼ਾਂ ਸੀ ਇਹਦੇ ਵਿੱਚ ਸੀਗਾ ਜੀ। ਇੱਕ ਜਿਹੜੀ ਆਪਣੀ ਹਿੰਦੂ ਜਥੇਬੰਦੀ ਸੀਗੀ, ਜਿਹੜੀ ਆਪਣੇ ਆਪ ਸ਼ਿਵ ਸੈਨਾ ਦਾ ਜਿਹੜਾ ਹੈ ਹਰੀਸ਼ ਸਿੰਘਲਾ ਵੱਲੋਂ ਕਾਲ ਦਿੱਤਾ ਗਿਆ ਸੀਗਾ ਕਿ ਅਸੀਂ ਇਹ ਇੱਕ ਮਾਰਚ ਕੱਢਾਂਗੇ। ਉਸ ਮਾਰਚ ਨੂੰ ਲੈ ਕੇ ਉਹਨਾਂ ਨੇ ਪਰਮਿਸ਼ਨ ਅਪਲਾਈ ਕੀਤੀ ਸੀਗੀ, ਜੋ ਡਿਨਾਈ ਹੋ ਗਈ ਸੀ। ਲਾਅ ਐਂਡ ਆਰਡਰ ਨੂੰ ਤੇ ਸ਼ਹਿਰ ਦੇ ਪੀਸ ਨੂੰ ਦੇਖਦੇ ਹੋਏ ਉਹ ਡਿਨਾਈ ਕਰ ਦਿੱਤੀ ਗਈ ਸੀ। ਇਸ ਦੇ ਸੰਬੰਧ ਦੇ ਵਿੱਚ ਕੁਝ ਸਿੱਖ ਆਰਗੇਨਾਈਜੇਸ਼ਨਸ ਨੇ ਆਪਣਾ ਇਹਦੇ ਉੱਤੇ ਜਿਹੜਾ ਹੈ ਆਪੱਤੀ ਜ਼ਾਹਰ ਕੀਤੀ ਸੀਗੀ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਵੀ ਦੱਸਤਾ ਸੀਗਾ ਕਿ ਇਹ ਜਿਹੜੀ ਹੈਗੀ ਹੈ ਇਹਨੂੰ ਅਸੀਂ ਡਿਨਾਈ ਕਰ ਚੁੱਕੇ ਹਾਂ। ਇਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਸਿੱਖ ਸੰਗਠਨ ਨੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਪ੍ਰੋਟੈਸਟ ਦੇ ਲਈ ਅਲੱਗ-ਅਲੱਗ ਜਗ੍ਹਾ ਇਕੱਠੇ ਹੋਏ, ਜਿਸ ਤਰ੍ਹਾਂ ਮਿਨੀ ਸੈਕਟਰੀਏਟ ਦੇ ਕੋਲ ਇਕੱਠੇ ਹੋਏ। ਕੁਝ ਲੋਕ ਜਿਹੜੇ ਹੈਗੇ ਸੀਗੇ ਉਹ ਆਪਣਾ ਗੁਰਦੁਆਰਾ ਦੁਖਨਿਵੰਦ ਸਾਹਿਬ ਦੇ ਵਿੱਚ ਇਕੱਠੇ ਹੋਏ। ਤੁਸੀਂ ਵੀ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਸੀ? ਮੇਰੀ ਸਬ ਡਿਵੀਜ਼ਨ ਦੇ ਵਿੱਚ ਮਿਨੀ ਸੈਕਟਰੀਏਟ ਤੇ ਗੁਰਦੁਆਰਾ ਸਾਹਿਬ ਦੋਨੋਂ ਫਾਲ ਕਰਦੇ ਨੇ ਜੀ, ਤੋ ਆਈ ਵਾਜ਼ ਮਤਲਬ ਦੇਅਰ ਓਨਲੀ। ਤਾਂ ਦੋਨੋਂ ਜਗ੍ਹਾ ਦੇ ਉੱਤੇ ਸੀਗਾ। ਉਹਨਾਂ ਦੇ ਵਿੱਚੋਂ ਕੁਝ ਨੇ ਮਾਰਚ ਵੀ ਕੱਢਣਾ ਚਾਹਿਆ, ਅਸੀਂ ਉਹਨਾਂ ਨੂੰ ਸਮਝਾ ਦਿੱਤਾ ਸੀਗਾ ਕਿ ਤੁਸੀਂ ਵੀ ਨਾ ਮਾਰਚ ਕੱਢੋ ਕਿਉਂਕਿ ਅਸੀਂ ਉਧਰ ਵੀ ਡਿਨਾਈ ਕਰ ਚੁੱਕੇ ਹਾਂ। ਤਾਂ ਉਹ ਸਮਝ ਕੇ ਇੱਕ ਵਾਰ ਅੰਦਰ ਚਲੇ ਗਏ, ਦੁਖਨਿਵੰਦ ਸਾਹਿਬ ਦੇ ਵਿੱਚ ਬੈਠ ਗਏ ਸੀਗੇ। ਬਟ ਫਿਰ ਸਡਨਲੀ ਉਹਨਾਂ ਨੂੰ ਇੱਕ ਜੋ ਰਿਊਮਰ ਫੈਲਿਆ, ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਕਿਸੇ ਪੱਤਰਕਾਰ ਨੇ, ਜੋ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਦੂਸਰੀ ਆਰਗੇਨਾਈਜੇਸ਼ਨ ਨੇ ਜੋ ਹਰੀਸ਼ ਸਿੰਘਲਾ ਦੀ ਸੀਗੀ, ਉਹਨਾਂ ਨੇ ਜਿਹੜਾ ਹੈਗਾ ਮਾਰਚ ਕੱਢ ਰਹੇ ਨੇ। ਜਦੋਂ ਉਹਨਾਂ ਨੇ ਇਸ ਚੀਜ਼ ਤੇ ਇੱਕਦਮ ਪ੍ਰਵੋਕ ਹੋ ਕੇ ਉਹ ਗੁਰਦੁਆਰਾ ਸਾਹਿਬ ਤੋਂ ਮਤਲਬ ਕਿ ਉੱਥੋਂ ਭੱਜ ਕੇ ਇਧਰਲੀ ਤਰਫ ਜਿੱਧਰ ਉਹਨਾਂ ਨੂੰ ਅੰਦੇਸ਼ਾ ਹੋਇਆ ਸੀ ਵੀ ਕਾਲੀ ਮਾਤਾ ਦੇ ਮੰਦਿਰ ਸਾਈਡ ਇਕੱਠੇ ਹੋ ਰਹੇ ਨੇ, ਉਧਰ ਭੱਜ ਲਏ। ਰਸਤੇ ਦੇ ਵਿੱਚ ਅਸੀਂ ਵੀ ਨਾਲ ਉਹਨਾਂ ਦੇ ਭੱਜੇ, ਉਹਨਾਂ ਦੇ ਨਾਲ ਹੀ ਰਨਿੰਗ ਕਰਦੇ ਆਏ। ਉਹਨਾਂ ਨੂੰ ਸਮਝਾ ਰਹੇ ਸੀਗੇ ਕਿ ਇਹ ਬਿਲਕੁਲ ਰਿਊਮਰ ਹੈ। ਹਜੇ ਤੱਕ ਪਹਿਲੀ ਗੱਲ ਤਾਂ ਅਸੀਂ ਡਿਨਾਈ ਕਰ ਚੁੱਕੇ ਹਾਂ ਪਰਮਿਸ਼ਨ। ਸੈਕੰਡਲੀ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਜਿੱਥੇ ਪ੍ਰੋਟੈਸਟ ਸਾਈਟ ਸੀ ਉੱਥੇ ਇਕੱਠੇ ਨਹੀਂ ਹੋਏ ਹੈ। ਇੱਥੇ ਮੌਜੂਦ ਸੀਗੇ ਵੈਸੇ ਸਰ? ਕੋਈ ਵੀ ਨਹੀਂ ਸੀਗਾ ਜੀ। ਉਹ ਅਸੀਂ ਉਹਨਾਂ ਨੂੰ ਇਹ ਕਿੰਨੇ ਵਜੇ ਦੀ ਗੱਲ ਹੈ ਸਰ? ਇਹ 10:30 ਪੌਣੇ 11 ਦੀ ਗੱਲ ਹੈ ਜੀ। ਉਸ ਟਾਈਮ ਦੇ ਉੱਤੇ ਉਹ ਕਹਿੰਦੇ ਸੀਗੇ ਕਿ ਉੱਥੇ ਇਕੱਠੇ ਹੋ ਗਏ ਨੇ। ਉਹਨਾਂ ਨੂੰ ਇਹ ਅਸੀਂ ਕਲੀਅਰ ਕਰਤਾ ਕਿ ਹਜੇ ਤੱਕ ਉਹਨਾਂ ਦਾ ਕੋਈ ਇਕੱਠ ਨਹੀਂ ਹੋਇਆ ਹੈਗਾ ਤੇ ਬਟ ਉਹ ਇੱਕ ਰਿਊਮਰ ਸੀਗਾ ਜਿਹਦੇ ਵਿੱਚ ਉਹ ਭੱਜ ਲਏ। ਉੱਥੋਂ ਭੱਜ ਕੇ ਜਦੋਂ ਇੱਥੇ ਆਏ ਨੇ ਤਾਂ ਅਸੀਂ ਰਸਤੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਟਾਪ ਕੀਤਾ ਉਹਨਾਂ ਨੂੰ। ਅਲੱਗ-ਅਲੱਗ ਜਗ੍ਹਾ ਤੇ ਸਾਡੀ ਬੈਰੀਕੇਡਿੰਗ ਸੀਗੀ, ਬਟ ਫਿਰ ਵੀ ਕੋਈ ਸਾਈਡ ਤੋਂ ਕਿੰਨੇ ਬੰਦੇ ਹੋਣੇ ਟੋਟਲ ਸਰ? ਉਰੇ ਜਿਹੜੇ ਬੰਦੇ ਪਹਿਲਾਂ ਭੱਜ ਕੇ ਆਏ ਤਕਰੀਬਨ 30-40 ਦੇ ਕਰੀਬ, 40 ਤੋਂ 50 ਦੇ ਬੰਦੇ ਕਰੀਬ ਉਰੇ ਆ ਗਏ ਸੀਗੇ ਰਨਿੰਗ ਕਰਦੇ। ਤਾਂ ਮੈਂ ਰਨਿੰਗ ਕਰਦਾ ਉਹਨਾਂ ਦੇ ਨਾਲ ਇੱਥੇ ਆ ਗਿਆ ਸੀਗਾ। ਤਾਂ ਉਰੇ ਰਨਿੰਗ ਕਰਕੇ ਆ ਕੇ ਜਦੋਂ ਉਹਨਾਂ ਨੂੰ ਰੋਕਿਆ, ਅਸੀਂ ਲਗਾਤਾਰ ਰੋਕਦੇ ਆ ਰਹੇ ਸੀਗੇ, ਬਟ ਜਦੋਂ ਉਹਨਾਂ ਨੇ ਸਾਹਮਣੇ ਦੇਖਿਆ ਕਿ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਬਿਲਕੁਲ ਰੋਡ ਖਾਲੀ ਹੈ, ਕੋਈ ਵੀ ਨਹੀਂ ਹੈ, ਤਾਂ ਉਹ ਵੀ ਇੱਕਦਮ ਹੈਰਾਨ ਹੋ ਗਏ। ਤਾਂ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਵੀ ਇੱਥੇ ਕੋਈ ਨਹੀਂ ਹੈ। ਤਾਂ ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਰਿਊਮਰ ਸੀਗਾ ਤੇ ਹੁਣ ਜਿਸ ਵੀ ਬੰਦੇ ਨੇ ਰਿਊਮਰ ਫੈਲਾਇਆ ਹੈ ਉਹ ਤੁਹਾਡੀ ਵੀ ਪਿਕਚਰ ਦਿਖਾ ਕੇ ਹੁਣ ਅਗਲਾ ਰਿਊਮਰ ਇਹ ਚੱਲੇਗਾ ਕਿ ਤੁਸੀਂ ਇੱਧਰ ਅਟੈਕ ਲਈ ਆ ਗਏ ਹੋ। ਤਾਂ ਇਸ ਦੇ ਲਈ ਆਪਾਂ ਇਸ ਚੀਜ਼ ਨੂੰ ਅਵੋਇਡ ਕਰਕੇ ਆਪਾਂ ਵਾਪਸ ਚੱਲੀਏ। ਤਾਂ ਉਹਨਾਂ ਨੂੰ ਅੱਧਾ ਘੰਟਾ ਸਾਨੂੰ ਲੱਗਿਆ ਕਨਵਿੰਸ ਕਰਨ ਤੋਂ ਬਾਅਦ ਮੈਂ ਵਾਪਸ ਲੈ ਗਿਆ ਉਹਨਾਂ ਨੂੰ। ਪਿੱਛੇ ਲੀਲਾ ਭਵਨ, ਇਹ ਸਾਰੇ ਲੀਲਾ ਭਵਨ ਚੌਂਕ ਦੇ ਵਿੱਚ ਬਾਕੀ ਆਰਗੇਨਾਈਜੇਸ਼ਨਸ ਇਕੱਠੀਆਂ ਹੋ ਗਈਆਂ ਸੀਗੀਆਂ, ਉਧਰ ਹੀ ਅਸੀਂ ਲੈ ਕੇ ਇਹਨਾਂ ਨੂੰ ਚਲੇ ਗਏ। ਮੀਨਵਾਈਲ ਕੁਝ ਜਿਹੜੇ ਮੰਦਿਰ ਦੇ ਹੋਣਗੇ ਉਰੇ, ਜਿਹੜੇ ਜਿੰਨੇ ਵੀ ਸ਼ਰਧਾਲੂ ਸੀਗੇ ਜਾਂ ਜੋ ਵੀ ਸੀਗੇ ਉਰੇ ਸੰਗਠਨ ਵਾਲੇ, ਉਹਨਾਂ ਨੂੰ ਜਿਸ ਤਰ੍ਹਾਂ ਪਤਾ ਲੱਗਿਆ ਹੋਣਾ ਹੈ ਉਹ ਮੰਦਿਰ ਕੋਲ ਇਕੱਠੇ ਹੋਏ। ਉਸ ਤੋਂ ਬਾਅਦ ਇਹ ਸਾਰਾ ਚੀਜ਼ ਹੋਣ ਤੋਂ ਅੱਧਾ ਪੌਣਾ ਘੰਟਾ ਬਾਅਦ ਲੇਕਿਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਰ ਹਿੰਦੂ ਸੰਗਠਨ ਇੱਥੇ ਜਮ੍ਹਾਂ ਹੋ ਰਿਹਾ ਸੀਗਾ, ਇੱਥੇ ਹੋ ਰਿਹਾ ਸੀ? ਨਹੀਂ ਜੀ, ਜਦੋਂ ਅਸੀਂ ਆਏ ਆ ਉਸ ਟਾਈਮ ਉਹ ਸਾਰੇ ਉਰੇ ਆਏ ਨੇ, 50 ਤੋਂ 60 ਬੰਦੇ ਆਏ ਨੇ। ਤੁਸੀਂ ਪੁੱਛ ਵੀ ਸਕਦੇ ਹੋ ਉਹਨਾਂ ਨੂੰ, ਜਿਹੜੇ ਉਹਨਾਂ ਦੇ ਲੀਡਰ ਉਰੇ ਆਏ ਸੀਗੇ। ਉਸ ਟਾਈਮ ਉਰੇ ਕੋਈ ਵੀ ਨਹੀਂ ਸੀਗਾ। ਅੱਧਾ ਘੰਟਾ ਵੇਟ ਕੀਤੀ ਹੈ। ਉਸ ਟਾਈਮ ਮੈਂ ਉਹਨਾਂ ਨੂੰ ਸਮਝਾ ਰਿਹਾ ਸੀਗਾ ਕਿ ਜੇ ਆਪਾਂ ਜ਼ਿਆਦਾ ਦੇਰ ਰੁਕਾਂਗੇ ਤਾਂ ਨੈਚੁਰਲੀ ਤੁਹਾਨੂੰ ਦੇਖ ਕੇ ਜ਼ਰੂਰ ਇੱਥੇ ਲੋਕਾਂ ਨੇ ਆ ਜਾਣਾ, ਕਿਉਂਕਿ ਵੀ ਮੰਦਿਰ ਦੇ ਬਾਹਰ ਕੋਈ ਬੰਦੇ ਜਿਹੜੇ ਹੈਗੇ ਨੇ ਰਿਲੀਜੀਅਸ ਇਸ਼ੂ ਕਿਉਂ ਬਣ ਰਹੇ ਆ। ਯਾਨੀ ਸਰ ਦੁਬਾਰਾ ਤੋਂ ਹੀ ਵਿਵਾਦ ਹੋਇਆ? ਦੁਬਾਰਾ ਤੋਂ ਬਾਅਦ ਅਸੀਂ ਉਹਨਾਂ ਨੂੰ ਲੈ ਗਏ ਸੀਗੇ। ਉਸ ਤੋਂ ਬਾਅਦ ਇੱਕ ਹੋਰ ਜਿਹੜੇ ਸੰਗਠਨ ਦੇ, ਸਿੱਖ ਸੰਗਠਨ ਦੇ ਕੁਝ ਬੰਦੇ ਉਰੇ ਆਉਂਦੇ ਨੇ, ਮਾਰਚ ਕੱਢਦੇ ਨੇ ਆਪਣਾ। ਉਹ ਸਾਨੂੰ ਵੀ ਅਵੇਅਰਨੈਸ ਨਹੀਂ ਸੀਗੀ ਵੀ ਉਹ ਕਿਸ ਸਾਈਡ ਤੋਂ ਆ ਗਏ ਨੇ, ਕਿਉਂਕਿ ਅਸੀਂ ਤਾਂ ਸਾਰਿਆਂ ਨੂੰ ਲੈ ਕੇ ਵਾਪਸ ਚਲੇ ਗਏ ਸੀਗੇ। ਉਹ ਇੱਧਰ ਆਉਂਦੇ ਨੇ, ਮੀਨਵਾਈਲ ਉਹ ਮੰਦਿਰ ਦੇ ਕੁਝ ਅਹੁਦੇਦਾਰ ਬਾਹਰ ਆ ਜਾਂਦੇ ਨੇ, ਜਾਂ ਫਿਰ ਇੱਥੋਂ ਦੇ ਜਿਹੜੇ ਹਿੰਦੂ ਸੰਗਠਨ ਵਾਲੇ, ਉਹਨਾਂ ਦੇ ਵਿੱਚ ਫਿਰ ਉਦੋਂ ਕਲੈਸ਼ ਹੋ ਜਾਂਦਾ।
ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਦਾ ਇੰਟੈਲੀਜੈਂਸ ਜਿਹੜਾ ਹੈ ਉਹ ਫੇਲੀਅਰ ਹੈ ਜਾਂ ਸੀਆਈਡੀ ਫੇਲੀਅਰ ਹੈ? ਨਹੀਂ ਜੀ, ਸਾਨੂੰ ਜਿੰਨੀ ਵੀ ਇੰਟੀਮੇਸ਼ਨ ਸੀਗੀ ਸਾਡੇ ਕੋਲ ਲੈਟਰਸ ਵੀ ਆਏ ਨੇ, ਜਿੰਨੀਆਂ ਪਟਿਆਲੇ ਦੀਆਂ ਸਿੱਖ ਆਰਗੇਨਾਈਜੇਸ਼ਨ ਸੀਗੀਆਂ ਉਹ ਸਾਰੀਆਂ ਨੇ ਪੀਸਫੁਲੀ ਆਪਣਾ ਗੁਰਦੁਆਰਾ ਸਾਹਿਬ ਜਾਂ ਮਿਨੀ ਸੈਕਟਰੀਏਟ ਬੈਠੇ ਰਹੇ ਨੇ। ਉਹ ਇਹ ਜਿਹੜੀਆਂ ਕੁਝ ਆਰਗੇਨਾਈਜੇਸ਼ਨਸ ਨੇ ਜੋ ਸਾਡੀ ਨੋਟਿਸ ਦੇ ਵਿੱਚ ਸ਼ਾਇਦ ਆ ਰਿਹਾ ਹੈ, ਮਤਲਬ ਆਈ ਐਮ ਨਾਟ ਸ਼ੋਰ, ਉਹ ਅਲੱਗ-ਅਲੱਗ ਥਾਵਾਂ ਤੋਂ ਅਨਇਨਫੋਰਮਡ ਸਾਨੂੰ ਆਏ ਨੇ। ਸਾਡੇ ਨਾਲ ਕੋਈ ਲਾਇਸੈਂਸ ਨਹੀਂ ਸੀਗਾ, ਕੋਈ ਪਰਮਿਸ਼ਨ ਨਹੀਂ ਸੀਗੀ ਇਸ ਚੀਜ਼ ਦੀ। ਉਹ ਬੰਦੇ ਸਡਨਲੀ ਕਿਸੇ ਪਾਸਿਓਂ ਆ ਕੇ ਇਹ ਸਾਰੀ ਚੀਜ਼ ਹੋਈ ਹੈ। ਲਾਅ ਐਂਡ ਆਰਡਰ ਨੂੰ ਆਪਣੇ ਹੱਥਾਂ 'ਚ ਲਿੱਤਾ, ਜਿੱਦਾਂ ਤਲਵਾਰਾਂ ਲੈ ਕੇ ਜਾਂ ਗੰਡਾਸੇ ਲੈ ਕੇ, ਇਸ ਤਰ੍ਹਾਂ ਦੀ ਚੀਜ਼ਾਂ ਸਾਰੀ ਵਿਜ਼ੂਅਲ 'ਚ ਦਿਖ ਰਹੀ ਹੈ। ਜੀ ਇਹ ਤਾਂ ਸਾਰੀ ਚੀਜ਼ਾਂ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਜਾਂ ਬਿਲਕੁਲ ਜੀ, maintain ਕਰਨਾ। ਬਿਲਕੁਲ। ਫਿਰ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਇਹਦੇ ਰਿਗਾਰਡਿੰਗ ਜੀ ਜੋ ਹੈ ਸਾਰਾ ਅਸੀਂ ਸਾਰਾ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਹਾਂ। ਉਸ ਅਕੋਰਡਿੰਗਲੀ ਜੋ ਵੀ ਸਟੈਪ ਬਣਦਾ ਹੋਏਗਾ ਉਹ ਲਿੱਤਾ ਜਾਏਗਾ। ਮਮੀ ਜੀ, ਜਿੱਦਾਂ ਵਿਜ਼ੂਅਲ 'ਚ ਦਿਖ ਰਿਹਾ ਹੈ ਕਿ ਹਵਾਈ ਫਾਇਰਿੰਗ ਕਰ ਰਹੇ ਹਨ, ਨਾਲ ਸਾਰੇ ਸਿੱਖ ਖੜੇ ਹੈ, ਕਿਸ ਤਰ੍ਹਾਂ ਦਾ ਕੋਈ ਡਰ ਨਹੀਂ ਲੱਗ ਰਿਹਾ ਉਹਨਾਂ ਨੂੰ ਕਿ ਉਹ ਜਿੱਦਾਂ ਸਿਰਫ ਨਾਰਮਲੀ ਬਿਹੇਵ ਕਰ ਰਹੇ? ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਿਸ ਸ਼ੋਅ ਕੀ ਕਰਨਾ ਚਾਹੁੰਦੇ ਹੋ? ਬੇਸਿਕਲੀ ਇਹ ਹੈ ਜੀ ਕਿ ਅਸੀਂ ਜੋ ਫਾਇਰਿੰਗ ਕੀਤੀ ਹੈ ਉਰੇ ਜੋ ਹੋਈ ਹੈ ਪੁਲਿਸ ਵੱਲੋਂ, ਤਾਂ ਉਹ ਬੇਸਿਕਲੀ ਜਦੋਂ ਮਾਹੌਲ ਬਹੁਤ ਜ਼ਿਆਦਾ ਟੈਂਸ ਹੋ ਗਿਆ, ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਜੇ, ਤਾਂ ਅਸੀਂ ਉਸ ਟਾਈਮ ਫਾਇਰਿੰਗ ਕੀਤੀ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੁਝ ਬੰਦਿਆਂ ਨੇ ਉਸ ਚੀਜ਼ ਦਾ ਨਹੀਂ ਫਰਕ ਪਿਆ, ਠੀਕ ਹੈ, ਉਹ ਕੁਝ ਲੋਕ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦੇ ਇਨਫਲੂਐਂਸ 'ਚ ਸੀਗੇ ਜਾਂ ਕੀ ਸੀਗਾ, ਸਾਨੂੰ ਨਹੀਂ ਪਤਾ ਕੀ ਮਸਲਾ ਸੀਗਾ ਉਸ ਟਾਈਮ। ਬਟ ਅਦਰਵਾਈਜ਼ ਸਾਰਾ ਕਰਾਊਡ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਸੀਗਾ ਤੇ ਪੀਸਫੁਲੀ ਉਰੋਂ ਅਸੀਂ ਉਹਨਾਂ ਨੂੰ ਲੈ ਗਏ ਸੀ। ਕਿੰਨੇ ਪੁਲਿਸ ਵਾਲੇ ਇੰਜਰਡ ਹੋਏ ਹੈ? ਮੇਰੇ ਇੱਕ ਐਸਐਚਓ ਨੇ ਜੀ ਤੇ ਐਸਐਚਓ ਤ੍ਰਿਪੜੀ, ਸਬ ਇੰਸਪੈਕਟਰ ਕਰਮਵੀਰ, ਉਹਨਾਂ ਦਾ ਹੱਥ ਜ਼ਰੂਰ ਇੰਜਰਡ ਹੋਇਆ ਹੈ। ਉਹ ਹੱਥ ਤੇ ਪੈਰ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ, ਉਹ ਰਜਿੰਦਰਾ ਹਸਪੀਟਲ ਐਡਮਿਟ ਨੇ। ਉਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਮੈਂ ਕਲੀਅਰਲੀ ਨਹੀਂ ਦੱਸ ਸਕਦਾ ਤੁਹਾਨੂੰ ਸਾਡੇ ਹੋਰ ਕਿਹੜੇ ਪੁਲਿਸ ਕਰਮੀ ਇੰਜਰਡ ਨੇ, ਕਿਉਂਕਿ ਉਹ ਮੇਰੇ ਨਾਲ ਹੀ ਚੱਲ ਰਹੇ ਸੀਗੇ, ਉਹਨਾਂ ਦਾ ਉਸ ਟਾਈਮ ਇੰਜਰਡ ਹੋਇਆ। ਹੁਣ ਸਿਚੁਏਸ਼ਨ ਕੀ ਹੈ? ਹੁਣ ਸਿਚੁਏਸ਼ਨ ਹੈ ਜਿਹੜੀ ਜੀ ਪੀਸਫੁਲ ਹੈ। ਸਾਰੀ ਦੋਨੋਂ ਸੰਗਠਨਾਂ ਨਾਲ ਗੱਲਬਾਤ ਹੋਈ ਹੈ। ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਵੀ ਜਿਸ ਦੇ ਉੱਤੇ ਵੀ ਜੋ ਵੀ ਸੱਟ ਲੱਗੀ ਹੈ, ਜਿਸ ਦੀ ਜੋ ਵੀ ਐਡਮਿਟ ਹੈ, ਉਸ ਮੈਡੀਕਲ ਰਿਪੋਰਟ ਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ। ਜਿਹਦਾ ਕੋਈ ਮਾਮਲਾ ਦਰਜ ਹੋਇਆ ਸਰ ਕਿਸੇ ਤਰ੍ਹਾਂ? ਤਾਂ ਐਸਪੀ ਨੇ ਪਟਿਆਲਾ ਦੇ ਜਿਨ੍ਹਾਂ ਨੇ ਪੂਰੀ ਜਿਹੜੀ ਕਹਾਣੀ ਹੈ ਉਹ ਬਿਆਨ ਕੀਤੀ ਹੈ, ਸਾਰਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਇਹ ਪੂਰਾ ਘਟਨਾਕ੍ਰਮ ਵਾਪਰਿਆ। ਕੋਸ਼ਿਸ਼ ਜ਼ਰੂਰ ਕੀਤੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਰੋਕਣ ਦੀ, ਪਰ ਮਾਹੌਲ ਐਸਾ ਬਣ ਗਿਆ ਕਿ ਇਹ ਘਟਨਾ ਘਟ ਗਈ।